परम सत्कारयोग सतगुरां दी साजी निवाजी गुरु रूप प्यारे गुरु सवारी साध संगत जी। आप सारियां संगतां नितनेम कर्म अनुसार अपने जन्म दे कुछ पल कुछ घड़ियां सफलियां करन दे यतन पए करदे हैं। अकाल पुरख महाराज जियां दी रहमत है, जिस तरह परमेश्वर ने बड़े सुचज्जे ढंग की जिंदगी हर एक प्राणी नूं बख्शिश की है, उस तरह ही मनुख अपनी जिंदगी जिउण दे यतन करता है। पशु केवल पशु की तरह ही जिंदगी जिउ सकता है। मनुख पशुओं की तरह भी जिंदगी जिउ सकता है, मनुख की तरह भी जिंदगी जिउ सकता है अते परमात्मा की तरह देवतियां की तरह भी अपनी जिंदगी बतीत कर सकता है। ये तखालस केवल ते केवल मनुख नूं प्राप्त होए हैं। केवल मनुख ही देवतियां का रूप बन सकता है, पशु नहीं बन सकते। गजब की गल है कि पशु बिल्कुल पशुओं की तरह जिंदगी जिउ रहे ने, मनुख देवतियां की तरह तो इसने की जीना सी। ये मनुखा जन्म नूं छड्ड के पशुओं की तरह अपनी जिंदगी है जिहड़ी वो बतीत कर रहा है। क्योंकि परमात्मा ने जिन्ना क ज्ञान इसनूं बख्शिया है, वो ज्ञान इसने अपने अंदर छुपा के रख लिया है, उन्हों प्रगट रूप दे विच नहीं करना चाहुंदा। मनुख नूं बहुत लम्मा टाइम परमात्मा दे दर दी हाज़री भरदिआं लम्मा समा इसनूं लग जाता है, पर ये जिहड़ा परमात्मा दे दर दा सफ़र है, जिहड़ा ये मार्ग है, जिहड़ा ये पैंडा तय करना है, इहदे विच कोई बहुता लम्मा समा नहीं लगता, बहुता लम्मा टाइम इस दे विच नहीं लगता। जद भी कोई मनुख अपने घर विचों तुरदा है, कित्थे जाना है, किन्ने किलोमीटर है, किन्ना समा लगेगा, किहो जिहा साधन है, साधन दे हिसाब दे नाल इस समय नूं नाप तोल लैंदा है कि किन्ना क समा लगेगा। पर जद परमात्मा दे मार्ग ते ये मनुख चलता है तो इहदे कोल कोई नाप तोल नहीं हुंदा।
ਪਰਮਾਤਮਾ ਨੇ ਇਸ ਮਾਰਗ ਦਾ ਜਿਹੜਾ ਸਫ਼ਰ ਹੈ ਇਹ ਮਨੁੱਖ ਵਾਸਤੇ ਐਸਾ ਬਣਾਇਆ ਹੈ ਕਿ ਇੱਕ ਪਲ ਦੇ ਵਿੱਚ ਇਹ ਸਫ਼ਰ ਨੂੰ ਮਨੁੱਖ ਤੈਅ ਕਰ ਸਕਦਾ ਹੈ। ਇੱਕ ਪਲ ਦੇ ਵਿੱਚ ਇਹ ਸਫ਼ਰ ਨੂੰ ਤੈਅ ਕਰ ਸਕਦਾ ਹੈ, ਪਰ ਮਨੁੱਖ ਨੂੰ ਤੇ 10 ਸਾਲ ਹੋ ਗਏ ਨੇ, 20 ਸਾਲ ਹੋ ਗਏ ਨੇ, 50 ਸਾਲ ਹੋ ਗਏ ਨੇ, ਸਾਰੀ ਜ਼ਿੰਦਗੀ ਲੱਗ ਗਈ ਹੈ। ਹਜੇ ਤੱਕ ਤੇ ਇਸ ਤੋਂ ਪਹੁੰਚਿਆ ਨਹੀਂ ਗਿਆ। ਧਰਮ ਕੀ ਗਤ ਰਹੀ ਤੋ ਇਸ ਤੋਂ ਭਾਵ ਹੈ ਕਿ ਇਹ ਮਨੁੱਖ ਇੰਨੀ ਧੀਮੀ ਗਤੀ ਦੇ ਨਾਲ ਚੱਲ ਰਿਹਾ ਹੈ, ਬਹੁਤ ਹੌਲੀ ਹੌਲੀ ਇਸ ਮਾਰਗ 'ਤੇ ਪੈਂਡੇ 'ਤੇ ਚੱਲ ਰਿਹਾ ਹੈ। ਇੱਕ ਪਲ ਦਾ ਸਮਾਂ ਲੱਗਣਾ ਸੀ ਇਹ ਸਫ਼ਰ ਤੈਅ ਕਰਨ ਵਾਸਤੇ, ਲੱਗ ਗਏ ਨੇ 20 ਸਾਲ, 50 ਸਾਲ ਲੱਗ ਗਏ ਨੇ, 70 ਸਾਲ ਲੱਗ ਗਏ ਨੇ, ਹਜੇ ਤੱਕ ਇਹ ਪੈਂਡਾ ਤੈਅ ਨਹੀਂ ਹੋਇਆ। ਤਾਂ ਕਿੰਨਾ ਕੁ ਹੌਲੀ ਚੱਲ ਰਿਹਾ ਹੈ। ਤਾਂ ਮਨੁੱਖ ਨੂੰ ਜਦ ਵੀ ਇਸ ਪੈਂਡੇ 'ਤੇ ਸਫ਼ਰ 'ਤੇ ਚੱਲਦਾ ਹੈ, ਜਿਤਨੀਆਂ ਮਨੁੱਖ ਦੀ ਜ਼ਿੰਦਗੀ ਦੀਆਂ ਭੁੱਲਾਂ ਨੇ ਇਹ ਸਭ ਦੀਆਂ ਸਭ ਬਖਸ਼ਾਉਣੀਆਂ ਪੈਂਦੀਆਂ ਨੇ, ਕਿਉਂਕਿ ਜਦ ਮਨੁੱਖ ਆਪਣੀਆਂ ਅੱਖਾਂ ਮੀਟ ਲੈਂਦਾ ਨਾ, ਉਸ ਨੂੰ ਫੇਰ ਅੰਧਕਾਰ ਹੈ ਜਿਹੜਾ ਉਹ ਨਜ਼ਰ ਆਉਂਦਾ ਹੈ। ਜਿਵੇਂ ਜਿਵੇਂ ਮਨੁੱਖ ਪਰਮਾਤਮਾ ਦੇ ਨੇੜੇ ਆਉਂਦਾ ਤੁਰਿਆ ਜਾਂਦਾ ਹੈ, ਉਵੇਂ ਉਵੇਂ ਜਿਤਨੀਆਂ ਜ਼ਿੰਦਗੀ ਦੀਆਂ ਭੁੱਲਾਂ ਨੇ, ਜਿਤਨੇ ਗੁਨਾਹ ਨੇ, ਇਹ ਸਭ ਦੇ ਸਭ ਮਨੁੱਖ ਦੇ ਚੇਤੇ ਆਉਂਦੇ ਰਹਿੰਦੇ ਨੇ। ਜੇ ਮਨੁੱਖ ਅੱਖਾਂ ਮੀਟੇ ਗਏ ਤੇ ਉਸ ਨੂੰ ਪਹਿਲਾਂ ਅੰਧਕਾਰ ਨਜ਼ਰ ਆਉਂਦਾ ਹੈ। ਪਰਮਾਤਮਾ ਦੇ ਇਸ ਮਾਰਗ 'ਤੇ ਜਿਹੜਾ ਮਨੁੱਖ ਚੱਲ ਰਿਹਾ ਹੈ, ਉਹਨੂੰ ਸਭ ਤੋਂ ਪਹਿਲਾਂ ਆਪਣੀ ਜ਼ਿੰਦਗੀ ਦੀਆਂ ਭੁੱਲਾਂ ਜਿਹੜੀਆਂ ਨੇ ਉਹ ਨਜ਼ਰ ਆਉਂਦੀਆਂ ਨੇ। ਕਿਉਂਕਿ ਅੰਧਕਾਰ, ਹਨੇਰੇ ਨੂੰ ਦੇਖਣ ਵਾਸਤੇ ਵੀ ਮਨੁੱਖ ਦੇ ਕੋਲ ਅੱਖੀਆਂ ਚਾਹੀਦੀਆਂ ਨੇ। ਬਿਨਾਂ ਅੱਖੀਆਂ ਤੋਂ ਤੇ ਹਨੇਰਾ ਨਜ਼ਰ ਨਹੀਂ ਆਉਂਦਾ। ਪਰਮਾਤਮਾ ਦੇ ਜਿਹੜਾ ਮਾਰਗ 'ਤੇ ਚੱਲ ਰਿਹਾ ਹੈ, ਤਾਂ ਸਭ ਤੋਂ ਪਹਿਲਾਂ ਇਸ ਦੀਆਂ ਕੀਤੀਆਂ ਹੋਈਆਂ ਭੁੱਲਾਂ ਮਨੁੱਖ ਨੂੰ ਨਜ਼ਰ ਆਉਂਦੀਆਂ ਨੇ। ਤਾਂ ਭੁੱਲਾਂ ਇਹ ਬਖਸ਼ਾਉਣ ਵਾਸਤੇ ਤਿਆਰ ਨਹੀਂ ਹੈ। ਭੁੱਲਾਂ ਇਹ ਬਖਸ਼ਾਉਣ ਵਾਸਤੇ ਤਿਆਰ ਨਹੀਂ ਹੈ, ਕਿਉਂਕਿ ਭੁੱਲਣ ਅੰਦਰ ਸਭ ਕੋ ਅਭੁੱਲ ਗੁਰੂ ਕਰਤਾਰ। ਸਾਰਾ ਜਗਤ ਭੁੱਲਣਹਾਰ ਹੈ। ਤੋ ਸਭ ਤੋਂ ਪਹਿਲੇ ਇਸ ਨੂੰ ਜ਼ਿੰਦਗੀ ਦੇ ਕੀਤੇ ਹੋਏ ਜਿਹੜੇ ਗੁਨਾਹ ਨੇ ਉਹ ਨਜ਼ਰ ਤਕਰੀਬਨ ਆਉਣੇ ਸ਼ੁਰੂ ਹੋ ਜਾਂਦੇ ਨੇ। ਦੀਵਾ ਵਲੈ ਅੰਧੇਰਾ ਜਾਏ, ਵੇਦ ਪਾਠ ਮਤ ਪਾਪਾ ਖਾਏ। ਗੁਰੂ ਨਾਨਕ ਮਹਾਰਾਜ ਜੀ ਕਹਿੰਦੇ ਨੇ, ਜਿਹੜੀ ਜਗ੍ਹਾ 'ਤੇ ਭਾਵੇਂ 100 ਸਾਲ ਦਾ ਅੰਧਕਾਰ ਹਨੇਰਾ ਹੋਵੇ, ਜਿਸ ਵਕਤ ਦੀਵਾ ਜਗਾਇਆ ਜਾਵੇਗਾ ਉਸੇ ਵਕਤ ਹੀ ਉਸੇ ਚਾਨਣ ਹੋਵੇਗਾ। ਇਹ ਨਹੀਂ ਹੈ ਕਿ ਦੀਵਾ ਅੱਜ ਜਗਾਇਆ ਤੇ ਚਾਨਣਾ ਅੱਜ ਤੋਂ 20 ਸਾਲਾਂ ਨੂੰ ਹੋਵੇਗਾ, ਐਸਾ ਨਹੀਂ ਹੈ। ਐਸਾ ਨਹੀਂ ਹੁੰਦਾ। ਜਿਸ ਵਕਤ ਦੀਵਾ ਜਗਾਇਆ ਉਸੇ ਵਕਤ ਹੀ ਅੰਧਕਾਰ ਉਡਾਰੀਆਂ ਮਾਰ ਜਾਂਦਾ ਹੈ, ਉਹਨੂੰ ਜਾਣਾ ਪੈਂਦਾ ਹੈ। ਅਤੇ ਉਹ ਅੰਧਕਾਰ ਭਾਵੇਂ
100 ਸਾਲ ਦਾ ਕਿਉਂ ਨਾ ਹੋਵੇ। ਮਨੁੱਖ ਨੇ ਗੁਰੂ ਦੇ ਸ਼ਬਦ ਪ੍ਰਤੀ ਇੰਨਾ ਇਹ ਸੁਚੇਤ ਨਹੀਂ ਹੋਇਆ ਕਿ ਗੁਰੂ ਦਾ ਸ਼ਬਦ ਇਹ ਸਰਵਣਾ ਰਾਹੀਂ ਅੰਦਰ ਲੈ ਕੇ ਜਾਵੇ ਅਤੇ ਅੰਦਰ ਚਾਨਣਾ ਹੋਵੇ। ਗੁਰੂ ਦੇ ਨਾਲ ਬੰਦਾ ਕਿੰਨਾ ਕੁ ਜੁੜਿਆ ਹੈ, ਕਿੰਨਾ ਕੁ ਸਿਮਰਨ ਬੰਦਗੀ ਕਰਦਾ ਹੈ, ਇਹ ਉਸ ਬੰਦੇ ਦੇ ਬੋਲ ਦੱਸ ਦਿੰਦੇ ਨੇ। ਮਨੁੱਖ ਕਿੰਨਾ ਕੁ ਦੁੱਖਾਂ ਦੇ ਵਿੱਚ ਘਿਰਿਆ ਹੋਇਆ, ਮਨੁੱਖ ਦੀਆਂ ਅੱਖੀਆਂ ਦੱਸ ਦਿੰਦੀਆਂ ਨੇ। ਮਨੁੱਖ ਨੇ ਕਿੰਨੇ ਕੁ ਪਾਪ ਕਰਮ ਕੀਤੇ ਨੇ, ਅੰਦਰੋਂ ਕਿੰਨਾ ਕੁ ਦੁਖੀ ਹੈ, ਮਨੁੱਖ ਦੀ ਮੱਥੇ ਦੀ ਤਕਦੀਰ ਦੱਸ ਦਿੰਦੀ ਹੈ। ਮਨੁੱਖ ਦੀਆਂ ਅੱਖੀਆਂ ਕੁਛ ਬਿਆਨ ਕਰ ਦਿੰਦੀਆਂ ਨੇ, ਮੱਥੇ ਦੀ ਤਕਦੀਰ ਕੁਛ ਬਿਆਨ ਕਰ ਦਿੰਦੀ ਹੈ, ਕੁਛ ਮਨੁੱਖ ਦੀ ਜ਼ੁਬਾਨ ਬਿਆਨ ਕਰ ਦਿੰਦੀ ਹੈ, ਔਰ ਕੁਝ ਨਾ ਕੁਝ ਬਾਕੀ ਮਨੁੱਖ ਦਾ ਜਿਹੜਾ ਹੈ ਉਹ ਚਿਹਰਾ ਬਿਆਨ ਕਰ ਦਿੰਦਾ ਹੈ। ਕਿਉਂਕਿ ਚਿਹਰਾ ਭਾਵੇਂ ਉਹੀ ਹੁੰਦਾ ਹੈ, ਪਰ ਖੁਸ਼ੀ ਦੇ ਵਿੱਚ ਉਹ ਚਿਹਰਾ ਬਦਲਾਅ ਦੇ ਵਿੱਚ ਆ ਜਾਂਦਾ ਹੈ, ਦੁਖੀ ਦੇ ਵਿੱਚ ਫਿਰ ਬਦਲ ਜਾਂਦਾ ਹੈ। ਤੋ ਮਨੁੱਖ ਦੇ ਚਿਹਰੇ ਤੋਂ ਹੀ ਪਤਾ ਲੱਗਦਾ ਹੈ, ਇਹਦੇ ਨੇਤਰਾਂ ਤੋਂ ਹੀ ਪਤਾ ਲੱਗਦਾ ਹੈ, ਇਹਦੀ ਜ਼ੁਬਾਨ ਤੋਂ ਹੀ ਪਤਾ ਲੱਗਦਾ ਹੈ ਕਿ ਇਸ ਮਨੁੱਖ ਨੇ ਹਜੇ ਤੱਕ ਗੁਰੂ ਦਾ ਸ਼ਬਦ ਅੰਦਰ ਨਹੀਂ ਵਸਾਇਆ, ਇਸ ਦੇ ਅੰਦਰ ਬਹੁਤਾ ਚਾਨਣਾ ਨਹੀਂ ਹੈ, ਅੰਧਕਾਰ ਦੇ ਵਿੱਚ ਜੀ ਰਿਹਾ ਹੈ। ਬਹੁਤੀਆਂ ਜ਼ਿੰਦਗੀਆਂ ਤਾਂ ਐਸੀਆਂ ਵੀ ਨੇ ਜਿਨ੍ਹਾਂ ਨੂੰ ਹਜੇ ਤੱਕ ਅੰਧਕਾਰ ਵੀ ਨਜ਼ਰ ਨਹੀਂ ਆਇਆ। ਜ਼ਿਆਦਾਤਰ ਜ਼ਿੰਦਗੀਆਂ ਐਸੀਆਂ ਹੀ ਨੇ। ਅੰਧਕਾਰ ਦੇਖਣ ਵਾਸਤੇ ਵੀ ਅੱਖੀਆਂ ਚਾਹੀਦੀਆਂ, ਹਨੇਰਾ ਦੇਖਣ ਵਾਸਤੇ ਅੱਖੀਆਂ ਚਾਹੀਦੀਆਂ, ਆਪਣੀਆਂ ਗਲਤੀਆਂ ਦੇਖਣ ਵਾਸਤੇ ਮਨੁੱਖ ਨੂੰ ਗਿਆਨ ਚਾਹੀਦਾ। ਹਜੇ ਤੱਕ ਮਨੁੱਖ ਨੂੰ ਆਪਣੀਆਂ ਗਲਤੀਆਂ ਨਜ਼ਰ ਨਹੀਂ ਆਈਆਂ। ਹਜੇ ਤੱਕ ਆਪਣੀਆਂ ਗਲਤੀਆਂ ਜਿਹੜੀਆਂ ਨੇ ਉਹ ਇਸ ਨੂੰ ਨਜ਼ਰ ਨਹੀਂ ਆਈਆਂ। ਤੋ ਜਿੰਨਾ ਟਾਈਮ ਇਸ ਨੂੰ ਆਪਣੀਆਂ ਕੀਤੀਆਂ ਹੋਈਆਂ ਗਲਤੀਆਂ ਨਜ਼ਰ ਨਹੀਂ ਆਉਂਦੀਆਂ, ਫਿਰ ਬਖਸ਼ਾਵੇਗਾ ਕਿਹਨੂੰ? ਹਜੇ ਤੱਕ ਤੇ ਅੰਧਕਾਰ ਹੀ ਨਹੀਂ ਨਜ਼ਰ ਆਇਆ, ਤੇ ਜਦ ਅੰਧਕਾਰ ਨਜ਼ਰ ਨਹੀਂ ਆਇਆ ਤਾਂ ਚਾਨਣਾ ਵੀ ਕਿੱਥੇ ਹੋਵੇਗਾ? ਗੁਰੂ ਨਾਨਕ ਮਹਾਰਾਜ ਜੀ ਕਹਿੰਦੇ, ਦੀਵਾ ਬਲੈ ਅੰਧੇਰਾ ਜਾਏ। ਦੀਵਾ ਹੁਣ ਬਲਿਆ ਤੇ ਅੰਧਕਾਰ ਵੀ ਹੁਣੇ ਹੀ ਜਾਵੇਗਾ। ਮਨੁੱਖ ਨੇ ਗੁਰਬਾਣੀ ਹੁਣ ਪੜ੍ਹੀ ਹੈ, ਹੁਣ ਸੁਣੀ ਹੈ, ਤਾਂ ਹੁਣ ਹੀ ਉਸ ਦੇ ਅੰਦਰ ਗੁਰੂ ਦੇ ਸ਼ਬਦ ਦਾ ਪ੍ਰਕਾਸ਼ ਹੋਵੇਗਾ। ਜੇ ਪ੍ਰਕਾਸ਼ ਨਹੀਂ ਹੋ ਰਿਹਾ ਤਾਂ ਸਮਝ ਲੈਣਾ ਕਿ ਹਜੇ ਤੱਕ ਜਿਹੜਾ ਮਾਰਗ ਗੁਰੂ ਨਾਨਕ ਮਹਾਰਾਜ ਨੇ ਤਿਆਰ ਕੀਤਾ ਉਸ ਮਾਰਗ 'ਤੇ ਹਜੇ ਤੱਕ ਨਹੀਂ ਚੱਲੇ। ਹਜੇ ਤੱਕ ਉਸ ਮਾਰਗ 'ਤੇ ਨਹੀਂ ਚੱਲਿਆ ਗਿਆ। ਤਾਂ ਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ ਕਹਿੰਦੇ ਨੇ ਕਿ ਜਿਹੜਾ ਮਨੁੱਖ ਦੀਆਂ ਜ਼ਿੰਦਗੀ ਦੇ ਗੁਨਾਹ ਨੇ ਉਹਨਾਂ ਨੂੰ ਦੇਖਣ ਵਾਸਤੇ ਵੀ ਇਹਨੂੰ ਅੱਖੀਆਂ ਚਾਹੀਦੀਆਂ ਨੇ। ਮਨੁੱਖ ਦੇ ਅੰਦਰ ਕਿੰਨਾ ਕੁ ਗੁਰੂ ਦਾ ਸ਼ਬਦ ਦਾ ਪ੍ਰਕਾਸ਼ ਹੈ, ਇਹ ਮਨੁੱਖ ਦੇ ਚਿਹਰਿਆਂ ਤੋਂ ਦੱਸਦਾ ਹੈ। ਸਾਹਿਬ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ ਜਗਤ ਦਾ ਭਰਮਣ ਕਰਦੇ ਭੰਗਰਨਾਥ ਦੇ ਕੋਲ ਗੁਰੂ ਸਾਹਿਬ ਜੀ ਮਹਾਰਾਜ ਗਏ ਨੇ। ਉਹਨਾਂ ਨੇ ਸਮਝਿਆ, ਕਿਉਂਕਿ ਉਹਨਾਂ ਦੀ ਉਮਰ ਵਡੇਰੀ ਸੀ, ਕਿ ਛੋਟੀ ਉਮਰ ਦੇ ਜਿਹੜੇ ਇਹ ਫਕੀਰ ਆਪਣੇ ਆਪ ਨੂੰ ਅਖਵਾਉਂਦੇ ਨੇ। ਉਹਨਾਂ ਨੇ ਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ ਜੀਆਂ ਨੂੰ ਇੱਕ ਗੜਵਾ ਦਿੱਤਾ ਹੈ। ਕਹਿੰਦੇ ਉਹ ਸਾਹਮਣੇ ਸਰੋਵਰ ਦੇ ਵਿੱਚੋਂ ਇੱਕ ਗੜਵਾ ਤੁਸੀਂ ਪਾਣੀ ਦਾ ਭਰ ਕੇ ਲੈ ਕੇ ਆਓ। ਗੁਰੂ ਨਾਨਕ ਦੇ ਕੋਲ ਆਪਣੀਆਂ ਵਡਿਆਈਆਂ ਬੜੀਆਂ ਕਰਦੇ ਸਨ। ਇਹ ਜਿਹੜੇ ਗ੍ਰਹਿ ਨਛੱਤਰ ਚੱਲ ਰਹੇ ਨੇ ਨਾ ਬਾਲਕ ਨਾਨਕ, ਇਹ ਸਾਰੇ ਸਾਡੇ ਕਹਿਣ 'ਤੇ ਚੱਲਦੇ ਨੇ। ਸੂਰਜ, ਚੰਦਰਮਾ, ਇਹ ਸਾਰਾ ਕੁਝ ਸਾਡੇ ਕਹਿਣ ਮੁਤਾਬਕ ਹੋ ਰਿਹਾ ਹੈ। ਤਾਂ ਐਸਾ ਉਹਨਾਂ ਨਾਥਾਂ ਦਾ ਕਹਿਣ ਸੀ ਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ ਨੂੰ। ਬੜੀਆਂ ਵੱਡੀਆਂ ਵਡਿਆਈਆਂ ਕੀਤੀਆਂ ਨੇ। ਜਦ ਗੁਰੂ ਨਾਨਕ ਜੀ ਸਰੋਵਰ ਵਿੱਚੋਂ ਜਲ ਲੈਣ ਵਾਸਤੇ ਗਏ ਨੇ
ਤੇ ਜਾਂਦਿਆਂ ਨੂੰ ਇਹਨਾਂ ਨੇ ਆਪਣੀਆਂ ਰਿੱਧੀਆਂ ਸਿੱਧੀਆਂ ਦੇ ਨਾਲ ਉਸ ਸਰੋਵਰ ਦੇ ਵਿੱਚ ਜਿਹੜੇ ਪੱਥਰਾਂ ਦੇ ਕੰਕਰ ਪਏ ਸੀ ਉਹਨਾਂ ਦੇ ਹੀਰੇ ਮੋਤੀ ਤਿਆਰ ਕਰ ਦਿੱਤੇ ਨੇ। ਜਦ ਹੀਰੇ ਮੋਤੀ ਤਿਆਰ ਕਰ ਦਿੱਤੇ, ਕਿਉਂਕਿ ਇਹਨਾਂ ਨੇ ਸੋਚਿਆ ਸੀ, ਕਹਿੰਦੇ ਪਟਵਾਰੀ ਦਾ ਪੁੱਤਰ ਹੈ, ਧਨ ਬਹੁਤਾ ਚੁੱਕੇਗਾ ਤੇ ਇੱਥੋਂ ਚਲਿਆ ਜਾਵੇਗਾ। ਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ ਖਾਲੀ ਗੜਵਾ ਲੈ ਕੇ, ਖੱਪਰ ਲੈ ਕੇ ਵਾਪਸ ਆ ਗਏ ਨੇ। ਕਹਿੰਦੇ ਨਾਥ ਜੀ, ਤੁਸੀਂ ਤਾਂ ਕਹਿੰਦੇ ਸੀ ਇਹ ਗ੍ਰਹਿ ਨਛੱਤਰ ਤਾਰੇ ਸੂਰਜ ਚੰਦਰਮਾ ਬਾਰੇ ਅਸੀਂ ਸਾਰਾ ਕੁਝ ਜਾਣਦੇ ਹਾਂ, ਪਰ ਮੈਨੂੰ ਤੇ ਪਤਾ ਹੁਣ ਲੱਗਿਆ ਕਿ ਤੁਹਾਨੂੰ ਤੇ ਕੱਖ ਦਾ ਵੀ ਨਹੀਂ ਪਤਾ। ਤੁਸੀਂ ਇਹ ਥੋੜ੍ਹੀ ਜਿਹੀ ਦੂਰੀ 'ਤੇ ਸਰੋਵਰ ਕੀ ਸੀ, ਤੁਹਾਨੂੰ ਤੇ ਇਹ ਵੀ ਨਹੀਂ ਪਤਾ ਵੀ ਉਹਦੇ ਵਿੱਚ ਹੀਰੇ ਮੋਤੀ ਨੇ ਕੀ ਜਲ ਪਾਇਆ ਹੋਇਆ। ਜਿਹਨੂੰ ਥੋੜ੍ਹੀ ਦੂਰੀ 'ਤੇ ਇਹ ਨਹੀਂ ਪਤਾ ਕਿ ਹੀਰੇ ਮੋਤੀ ਜਵਾਹਰਤ ਪਏ ਨੇ ਜਾਂ ਉਹ ਸਰੋਵਰ ਦੇ ਵਿੱਚ ਪਾਣੀ ਹੈ, ਇਹ ਗ੍ਰਹਿ ਨਛੱਤਰਾਂ ਤਾਰਿਆਂ ਬਾਰੇ ਤੁਸੀਂ ਕੀ ਜਾਣਦੇ ਹੋਵੋਗੇ। ਜਦ ਇਹ ਗੱਲ ਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ ਨੇ ਆ ਕੇ ਕਹੀ, ਪੰਗਰਨਾਥ ਹੋਰ ਉਹਨਾਂ ਦੀ ਮੰਡਲੀ ਸੀ ਜਿਹੜੀ ਗੁਰੂ ਨਾਨਕ ਦੇ ਚਰਨਾਂ 'ਤੇ ਟਹਿ ਪਈ ਹੈ। ਐ ਨਾਨਕ, ਸਰੋਵਰ ਦੇ ਵਿੱਚ ਜਿੰਨੇ ਕੰਕਰ ਤੇ ਪੱਥਰ ਪਏ ਸੀ ਉਹ ਅਸੀਂ ਆਪਣੀਆਂ ਰਿੱਧੀਆਂ ਸਿੱਧੀਆਂ ਦੇ ਨਾਲ ਇਹਨਾਂ ਨੂੰ ਹੀਰੇ ਮੋਤੀਆਂ ਦੇ ਵਿੱਚ ਤਬਦੀਲ ਕੀਤਾ ਸੀ। ਅਸੀਂ ਸੋਚਿਆ ਸੀ ਕਿ ਸ਼ਾਇਦ ਤੁਸੀਂ ਬਹੁਤਾ ਧਨ ਲੈ ਕੇ ਹੀਰੇ ਮੋਤੀ ਚੁੱਕ ਕੇ ਵਾਪਸ ਚਲੇ ਜਾਓਗੇ, ਪਰ ਤੁਹਾਡੀਆਂ ਤੇ ਜਿਹੜੀਆਂ ਗੱਲਾਂ ਨੇ, ਤੁਹਾਡੇ ਜਿਹੜੇ ਬਚਨ ਨੇ, ਇਹ ਸਾਡੇ ਅੰਦਰ ਹੁਣ ਘਰ ਕਰ ਗਏ ਨੇ। ਤਾਂ ਗੁਰੂ ਨਾਨਕ ਦੇ ਇਹ ਗੱਲ ਕਹਿ ਕੇ ਚਰਨਾਂ 'ਤੇ ਟਹਿ ਪਏ ਸੀ ਪੰਗਰਨਾਥ ਵਰਗੇ ਸਾਰੀ ਮੰਡਲੀ। ਗੁਰੂ ਦੇ ਸ਼ਬਦ ਨੇ ਜਿਉਂ ਹੀ ਮਨੁੱਖ ਦੇ ਅੰਦਰ ਚੋਟ ਕੀਤੀ ਹੈ, ਚੋਟ ਦੇ ਨਾਲ ਗੁਰੂ ਦਾ ਸ਼ਬਦ ਅੰਦਰ ਗਿਆ ਤੇ ਮਨੁੱਖ ਦੇ ਅੰਦਰ ਚਾਨਣਾ ਹੀ ਚਾਨਣਾ ਹੋ ਜਾਂਦਾ ਹੈ। ਫਿਰ ਮਨੁੱਖ ਕੀ ਕਰਦਾ ਹੈ ਕਿ ਜਿਹੜਾ ਲੰਮੇ ਟਾਈਮ ਦਾ, ਕਿਉਂਕਿ ਕਈਆਂ ਦੇ ਅੰਧਕਾਰ ਕੁਝ ਮਹੀਨਿਆਂ ਦਾ, ਕਈਆਂ ਦੇ ਅੰਧਕਾਰ ਕੁਝ ਸਾਲਾਂ ਦਾ ਹੈ, ਕਈਆਂ ਦੇ ਜਨਮਾਂ ਜਨਮਾਂ ਦਾ ਅੰਧਕਾਰ ਨਾਲ ਚੱਲਿਆ ਆ ਰਿਹਾ ਹੈ। ਫਿਰ ਮਨੁੱਖ ਕਹਿ ਉੱਠਦਾ, ਨਸ ਵੰਜਹੋ ਕਿਲ ਵਿਖਹੋ ਦੁੱਤ ਹੈ ਘਰ ਆਇਆ। ਚਲੋ ਇਹ ਹੁਣ ਵਿਸ਼ੇ ਵਿਕਾਰੋ, ਤੁਸੀਂ ਬਹੁਤ ਲੰਮਾ ਟਾਈਮ ਇਸ ਦੇਹੀ ਦੇ ਅੰਦਰ, ਇਸ ਘਰ ਦੇ ਵਿੱਚ ਰਹਿ ਕੇ ਆਪਣਾ ਰਹਿਣ ਬਸੇਰਾ ਕਰ ਲਿਆ, ਹੁਣ ਖੁਦ ਪਰਮਾਤਮਾ ਆ ਗਿਆ ਹੈ, ਹੁਣ ਤੁਸੀਂ ਇਸ ਦੇਹੀ ਦੇ ਵਿੱਚੋਂ ਨਸ ਜਾਓ। ਨਸ ਵੰਜਹੋ ਕਿਲ ਵਿਖਹੋ, ਚਲੇ ਜਾਓ। ਜਿਤਨੇ ਵਿਸ਼ੇ ਵਿਕਾਰ ਨੇ, ਬਹੁਤ ਲੰਮਾ ਟਾਈਮ ਤੁਸੀਂ ਇਸ ਦੇਹੀ ਦੇ ਵਿੱਚ ਹੁਣ ਰਹਿ ਲਏ, ਹੁਣ ਚਲੇ ਜਾਓ। ਜਿਵੇਂ ਹੀ ਗੁਰੂ ਦਾ ਸ਼ਬਦ ਮਨੁੱਖ ਦੇ ਅੰਦਰ ਜਾਂਦਾ ਹੈ ਤੇ ਇਹ ਝੂਠ ਬੋਲਣ ਨੂੰ, ਵਿਸ਼ੇ ਵਿਕਾਰਾਂ ਨੂੰ, ਲੋੜ ਤੋਂ ਵੱਧ ਹੰਕਾਰ ਨੂੰ, ਲੋੜ ਤੋਂ ਵੱਧ ਕ੍ਰੋਧ ਨੂੰ, ਇਹਨਾਂ ਸਾਰਿਆਂ ਨੂੰ ਕਹਿ ਦਿੰਦਾ ਕਿ ਹੁਣ ਤੁਸੀਂ ਚਲੇ ਜਾਓ, ਮੇਰੇ ਅੰਦਰ ਹੁਣ ਗੁਰੂ ਦਾ ਸ਼ਬਦ ਆ ਗਿਆ, ਗੁਰੂ ਦਾ ਬਚਨ ਆ ਗਿਆ ਹੈ। ਤੇ ਗੁਰ ਕਾ ਬਚਨ ਬਸੈ ਜੀ ਨਾਲੇ, ਜਲ ਨਹੀਂ ਡੂਬੈ ਤਸਕਰ ਨਹੀਂ ਲੇਵੈ, ਭਾਹੇ ਨਾ ਸਾਕੈ ਜਾਲੇ। ਗੁਰੂ ਦਾ ਵਚਨ ਮਨੁੱਖ ਦੇ ਅੰਦਰ ਹਮੇਸ਼ਾ ਪ੍ਰਕਾਸ਼ਮਾਨ ਜਦੋਂ ਹੋ ਜਾਂਦਾ ਹੈ, ਉਦੋਂ ਫਿਰ ਮਨੁੱਖ ਦਾ ਜਿਹੜਾ ਝੂਠ ਬੋਲਣਾ ਹੈ ਇਹ ਬੰਦ ਹੋ ਜਾਂਦਾ ਹੈ, ਇਹ ਬੰਦ ਹੋ ਜਾਂਦਾ ਹੈ। ਭਾਵੇਂ ਮਨੁੱਖ ਸੱਚ ਨਹੀਂ ਬੋਲਦਾ, ਪਰ ਫਿਰ ਵੀ ਉਸ ਤੋਂ ਬੋਲਿਆ ਜਾਂਦਾ ਹੈ। ਮਨਸੂਰ ਨੂੰ ਕਹਿ ਦਿੱਤਾ ਸੀ ਉਹਨਾਂ ਦੇ ਗੁਰੂ ਨੇ, ਐ ਮਨਸੂਰ, ਰਾਜੇ ਦੇ ਚੱਲੇ ਐ, ਆਪਣੀ ਜ਼ਬਾਨ ਨੂੰ ਜਰਾ ਤੂੰ ਬੰਦ ਰੱਖੀ। ਠੀਕ ਹੈ, ਪੰਗਤ ਲੱਗੀ। ਜਦ ਪੰਗਤ ਲੱਗੀ ਹੈ ਤੇ ਮਨਸੂਰ ਦੀ ਜ਼ਬਾਨ ਦੇ ਵਿੱਚੋਂ ਨਿਕਲ ਗਿਆ ਅਨਲ ਹਕ, ਅਨਲ ਹਕ। ਕਹਿੰਦੇ ਮਨਸੂਰ, ਤੈਨੂੰ ਕਿਹਾ ਸੀ ਕਿ ਨਾ ਤੂੰ ਇਹ ਬੋਲੀ,
ਮਨਸੂਰ ਕਹਿਣ ਲੱਗਿਆ ਮੈਂ ਕਦ ਬੋਲਿਆ, ਆਪਣੇ ਆਪ ਹੀ ਨਿਕਲ ਗਿਆ, ਆਪਣੇ ਆਪ ਹੀ ਜ਼ੁਬਾਨ ਦੇ ਵਿੱਚੋਂ ਨਿਕਲ ਗਿਆ। ਸੱਚ ਜਿਹੜਾ ਹੈ ਉਹ ਮਨੁੱਖ ਬੋਲਦਾ ਨਹੀਂ ਹੈ, ਆਪਣੇ ਆਪ ਉਸ ਦੇ ਅੰਦਰੋਂ ਨਿਕਲ ਜਾਂਦਾ ਹੈ। ਜਦ ਗੁਰੂ ਦੇ ਸ਼ਬਦ ਦਾ ਅੰਦਰ ਪ੍ਰਕਾਸ਼ ਹੋ ਜੇ, ਕਿਉਂਕਿ ਜਿੰਨੇ ਵਿਸ਼ੇ ਵਿਕਾਰ ਨੇ ਇਹ ਸਭ ਦੇ ਸਭ ਉਸ ਵਕਤ ਉਡਾਰੀਆਂ ਮਾਰ ਜਾਂਦੇ ਨੇ। ਇਹ ਜਿੰਨੇ ਦੇਹੀ ਦੇ ਗਿਆਨ ਇੰਦਰੀਆਂ ਤੇ ਇਹਨਾਂ ਸਾਰੇ ਵਿਸ਼ੇ ਵਿਕਾਰਾਂ ਨੇ ਲੰਮੇ ਟਾਈਮ ਤੋਂ ਲੈ ਕੇ ਕਬਜ਼ਾ ਕੀਤਾ ਹੁੰਦਾ ਹੈ, ਉਹ ਵਿਸ਼ੇ ਵਿਕਾਰਾਂ ਨੂੰ ਇਸ ਦੇਹੀ ਦੇ ਅੰਦਰੋਂ ਭੱਜਣਾ ਪੈਂਦਾ ਹੈ। ਨਸ ਵੰਜਹੋ ਕਿਲ ਵੇਖੋ, ਹੁਣ ਤੁਸੀਂ ਚਲੇ ਜਾਓ। ਜਿਤਨੇ ਮੈਂ ਆਪਣੀ ਸਿਆਣਪ ਦੇ ਨਾਲ ਕਰਮ ਕਰਨਾ ਸੀ ਉਹ ਕਰ ਲਏ। ਮੈਂ ਸਿਆਣਾ, ਮੈਂ ਸਿਆਣਾ, ਇਹ ਸ਼ਬਦ ਵੀ ਮਨੁੱਖ ਦੇ ਦੇਹੀ ਦੇ ਵਿੱਚੋਂ ਚਲੇ ਜਾਂਦੇ ਨੇ ਕਿ ਮੈਂ ਸਿਆਣਾ। ਕਿਉਂਕਿ ਕਿਤਨੇ ਵੀ ਭਗਤ ਹੋਏ ਨੇ, ਕਿੰਨੇ ਗੁਰੂ ਦੇ ਪਿਆਰੇ ਹੋਏ ਨੇ, ਸਭ ਦੀ ਜ਼ੁਬਾਨ ਦੇ ਵਿੱਚੋਂ ਪਰਮਾਤਮਾ ਦਾ ਨਾਮ ਨਿਕਲਿਆ, ਕਿਸੇ ਨੇ ਮੈਂ ਸ਼ਬਦ ਨਹੀਂ ਕਿਹਾ, ਤੂੰ ਸ਼ਬਦ ਨਿਕਲਿਆ। ਜਬ ਆਪਾ ਪਰਕਾ ਮਿਟ ਗਿਆ, ਜਤ ਦੇਖਾਂ ਤਤ ਤੂੰ। ਜਿੰਨਾ ਟਾਈਮ ਆਪਾਪਣ ਨਹੀਂ ਮਿਟਦਾ, ਉਹਨਾਂ ਟਾਈਮ ਮਨੁੱਖ ਦੇ ਅੰਦਰੋਂ ਤੂੰ ਸ਼ਬਦ ਪੈਦਾ ਨਹੀਂ ਹੁੰਦਾ। ਤੇ ਜਿਸ ਦਿਨ ਆਪਾਪਣ ਮਿਟ ਗਿਆ, ਉਸੇ ਦਿਨ ਹੀ ਤੂੰ ਸ਼ਬਦ ਜਿਹੜਾ ਹੈ ਉਹ ਪੈਦਾ ਹੋਵੇਗਾ। ਔਰ ਤੂੰ ਹੀ ਤੂੰ, ਤੂੰ ਹੀ ਤੂੰ, ਤੂੰ ਹੀ ਤੂੰ, ਇਹ ਸ਼ਬਦ ਮਨੁੱਖ ਦੇ ਉਸੇ ਦਿਨ ਹੀ ਅੰਦਰੋਂ ਨਿਕਲਦਾ ਜਿਸ ਦਿਨ ਮੈਂ ਮਿਟ ਜਾਂਦੀ ਹੈ। ਰੌਲਾ ਤੇ ਸਾਰੀ ਮੈਂ ਦਾ ਹੈ। ਗੁਰੂ ਸਾਹਿਬ ਜੀ ਮਹਾਰਾਜ ਕਹਿੰਦੇ ਨੇ ਕਿ ਜਿਸ ਦਿਨ ਗੁਰੂ ਦੇ ਸ਼ਬਦ ਦਾ ਤੇਰੇ ਅੰਦਰ ਪ੍ਰਕਾਸ਼ ਹੋਇਆ, ਉਸੇ ਦਿਨ ਤੇਰੇ ਅੰਦਰੋਂ ਜਿਹੜੇ ਵਿਸ਼ੇ ਵਿਕਾਰ ਨੇ, ਝੂਠ ਬੋਲਣਾ, ਕੂੜ ਦੇਖਣਾ, ਜੋ ਕੁਛ ਤੂੰ ਕਰ ਰਿਹਾ, ਇਸ ਤੇਰਾ ਸਾਰਾ ਕੁਛ ਮਿਟ ਜਾਵੇਗਾ। ਕੇਵਲ ਤੇ ਕੇਵਲ ਗੁਰੂ ਦਾ ਰਹਿ ਜਾਵੇਗਾ, ਕੇਵਲ ਗੁਰੂ ਦਾ। ਬਹੁਤੇ ਭਗਤਾਂ ਨੂੰ ਜਦ ਦੁਨੀਆਦਾਰੀ ਤਸੀਹੇ ਦੇਣ ਲੱਗੇ ਨਾ, ਬੜੇ ਦਾਗ ਦੋਸ਼ ਲਾਉਣ ਲੱਗੇ, ਤੇ ਅਕਸਰ ਭਗਤਾਂ ਨੇ ਇਹ ਗੱਲ ਕਹਿ ਦਿੱਤੀ ਸੀ ਕਿ ਇਸ ਥਾਲੀ ਦੇ ਵਿੱਚੋਂ ਅਸੀਂ ਭੋਜਨ ਚੱਖ ਲਿਆ, ਇਹ ਹੁਣ ਝੂਠੀ ਥਾਲੀ ਜਿਹਦਾ ਜੀ ਕਰਦਾ, ਜਿੱਧਰ ਜੀ ਕਰਦਾ ਉਧਰ ਹੀ ਚੁੱਕ ਕੇ ਲਈ ਫਿਰੋ। ਦੇਹੀ ਦਾ ਕੀ ਹੈ, ਜਿੱਧਰ ਮਰਜੀ ਚੁੱਕੀ ਫਿਰੋ। ਅਸੀਂ ਜਿਹੜਾ ਇਸ ਦੇਹੀ ਦੇ ਹੁੰਦਿਆਂ ਹੋਇਆਂ ਲਾਹਾ ਲੈਣਾ ਸੀ, ਉਹ ਲਾਹਾ ਅਸੀਂ ਲੈ ਲਿਆ ਹੈ। ਮਨੁੱਖ ਦੇ ਅੰਦਰੋਂ ਇਹ ਸਾਰੀਆਂ ਵਸਤੂਆਂ ਜਿਹੜੀਆਂ ਨੇ, ਗੁਰੂ ਦਾ ਸ਼ਬਦ ਜਿਸ ਵਕਤ ਮਨੁੱਖ ਦੇ ਅੰਦਰ ਜਾਂਦਾ ਹੈ, ਪ੍ਰਕਾਸ਼ਮਾਨ ਹੁੰਦਾ ਹੈ, ਉਸੇ ਵਕਤ ਨਸ ਵੰਜੋ ਕਿਲ ਵੇਖੋ, ਹੈ ਵਿਸ਼ੇ ਵਿਕਾਰ ਸਭ ਦੇ ਸਭ ਮਨੁੱਖ ਦੇ ਬਾਹਰ ਨਿਕਲ ਜਾਂਦੇ ਨੇ। ਝੂਠ ਬੋਲਣਾ ਬਾਹਰ ਨਿਕਲ ਜਾਂਦਾ ਹੈ, ਈਰਖਾ ਦਵੈਸ਼ ਇਹ ਸਭ ਦੀਆਂ ਸਭ ਬਾਹਰ ਨਿਕਲ ਜਾਂਦੀਆਂ ਨੇ। ਤੇ ਜੇ ਹਜੇ ਤੱਕ ਬਾਹਰ ਨਹੀਂ ਨਾ ਨਿਕਲੀਆਂ ਤਾਂ ਸਮਝ ਲੈਣਾ ਕਿ ਗੁਰੂ ਦਾ ਸ਼ਬਦ ਅੰਦਰ ਨਹੀਂ ਗਿਆ। ਕਿਉਂਕਿ ਜਿਸ ਵਕਤ ਗੁਰੂ ਦਾ ਸ਼ਬਦ ਅੰਦਰ ਜਾਵੇਗਾ, ਜਿਸ ਵਕਤ ਦੀਵਾ ਜਗਾਇਆ ਜਾਵੇਗਾ, ਭਾਵੇਂ 100 ਸਾਲ ਦਾ ਅੰਧਕਾਰ ਹੋਵੇ, ਉਸੇ ਵਕਤ ਹੀ ਅੰਧਕਾਰ ਨੂੰ ਭੱਜਣਾ ਪੈਂਦਾ ਹੈ। ਤੋ ਹਜੇ ਤੱਕ ਮਨੁੱਖ ਦੇ ਅੰਦਰ ਹੈ ਜਿਹੜਾ ਗੁਰੂ ਦੇ ਸ਼ਬਦ ਵਾਲਾ ਦੀਪਕ ਹੈ, ਜਿਹੜਾ ਹਜੇ ਤੱਕ ਜਲਿਆ ਨਹੀਂ ਹੈ। ਕਿਉਂਕਿ ਇਸ ਮਨੁੱਖ ਦੀਆਂ ਕੁਛ ਅੱਖੀਆਂ ਬਿਆਨ ਕਰਦੀਆਂ ਨੇ, ਕੁਛ ਇਸ ਦਾ ਜ਼ੁਬਾਨ ਬਿਆਨ ਕਰਦੀ ਹੈ, ਕੁਝ ਇਸ ਦੀਆਂ ਜ਼ੁਬਾਨ ਬਿਆਨ ਕਰ ਰਹੀ ਹੈ, ਕੁਝ ਇਸ ਦੀਆਂ ਮੱਥੇ ਦੀਆਂ ਤਕਦੀਰਾਂ ਬਿਆਨ ਕਰਦੀਆਂ ਨੇ। ਇਸ ਮਨੁੱਖ ਦਾ ਚਿਹਰਾ ਬਿਆਨ ਕਰ ਰਿਹਾ ਹੈ ਕਿ ਮਨੁੱਖ ਕਿੰਨਾ ਕੁ ਦੁਖੀ ਹੈ ਔਰ ਕਿਤਨੇ ਕਿਸ ਦੇ ਅੰਦਰ ਵਿਸ਼ੇ ਵਿਕਾਰ ਹਜੇ ਤੱਕ ਮੌਜੂਦ ਪਏ ਹਨ। ਭਾਵੇਂ ਬਹੁਤੀਆਂ ਸਮਾਜਿਕ ਚੀਜ਼ਾਂ ਇਹਨੇ ਛੱਡ ਕੇ ਕਹਿ ਦਿੱਤਾ ਕਿ ਮੈਂ ਗੁਰੂ ਦੇ ਲੜ ਲੱਗਿਆ ਹਾਂ, ਪਰ ਐਸਾ ਨਹੀਂ ਹੈ। ਗੁਰੂ ਦੇ ਲੜ ਲੱਗਿਆ ਮਨੁੱਖ ਉਦੋਂ ਹੀ ਮੰਨਿਆ ਜਾਂਦਾ ਹੈ ਜਦ ਗੁਰੂ ਦਾ ਸ਼ਬਦ ਮਨੁੱਖ ਦੇ ਅੰਦਰ ਪ੍ਰਕਾਸ਼ਮਾਨ ਹੋ ਜੇ ਜਾ ਕੇ। ਤੇ ਗੁਰੂ ਦੇ ਸ਼ਬਦ ਨੂੰ ਜਿਹੜਾ ਮਨੁੱਖ ਚੰਗਾ ਆਸਨ ਅੰਦਰ ਬਣਾ ਦੇਵੇ, ਕਿ ਪ੍ਰਮਾਤਮਾ ਮੈਂ ਆਸਨ ਅੰਦਰ ਲਾ ਲਿਆ ਤੇ ਤੁਸੀਂ ਕਿਰਪਾ ਕਰਕੇ ਹੁਣ ਇਸ ਆਸਨ ਤੇ ਬਹਿ ਕੇ ਪ੍ਰਕਾਸ਼ਮਾਨ ਆਪਣੇ ਸ਼ਬਦ ਦਾ ਕਰੋ, ਤਾਂ ਕਿ ਇਹ ਜ਼ਿੰਦਗੀ ਹੈ ਜਿਹੜੀ ਜਿਸ ਢੰਗ ਦੇ ਨਾਲ ਪਰਮਾਤਮਾ ਨੇ ਬਖਸ਼ਿਸ਼ ਕੀਤੀ ਹੈ, ਜ਼ਿੰਦਗੀ ਜਿਉਣ ਦਾ ਢੰਗ ਜਿਸ ਤਰ੍ਹਾਂ ਦੱਸਿਆ, ਇਹ ਫਿਰ ਉਸੇ ਤਰ੍ਹਾਂ ਹੀ ਜ਼ਿੰਦਗੀ ਜਿਹੜੀ ਹੈ ਜਿਉਂਦੀ ਹੈ। ਤਾਂ ਗੁਰੂ ਸਾਹਿਬ ਜੀ ਮਹਾਰਾਜ ਕਹਿੰਦੇ ਨੇ ਕਿ ਮਨੁੱਖ ਦੇ ਗੁਰੂ ਦਾ ਸ਼ਬਦ ਹੈ ਜਿਹੜਾ
ਜਦ ਵੀ ਅੰਦਰ ਪ੍ਰਕਾਸ਼ਮਾਨ ਹੋ ਕੇ ਜਾਂਦਾ ਹੈ ਤਾਂ ਇਹ ਸ਼ਬਦ ਸਾਰੇ ਦੇ ਸਾਰੇ ਮਨੁੱਖ ਦੀਆਂ ਕਰੋੜਾਂ ਤਰ੍ਹਾਂ ਦਾ ਜਿਹੜਾ ਅੰਧਕਾਰ, ਕਰੋੜਾਂ ਸਾਲਾਂ ਦਾ ਜਿਹੜਾ ਅੰਧਕਾਰ ਇਸ ਦੇ ਅੰਦਰ ਛੁਪਿਆ ਹੈ, ਇੱਕ ਪਲ ਇੱਕ ਛਿਣ ਦੇ ਵਿੱਚ ਹੀ ਉਸ ਅੰਧਕਾਰ ਨੂੰ ਦੂਰ ਕਰ ਦਿੰਦਾ ਹੈ। ਗੁਰੂ ਸਾਹਿਬ ਜੀ ਮਹਾਰਾਜ ਕਿਰਪਾ ਕਰਨ। ਜਿਤਨਾ ਸਮਾਂ ਗੁਰੂ ਸਾਹਿਬ ਜੀ ਮਹਾਰਾਜ ਜੀਆਂ ਦੇ ਚਰਨਾਂ ਕਮਲਾਂ ਦੀ ਆਪਾਂ ਹਾਜ਼ਰੀ ਭਰੀ ਹੈ, ਗੁਰੂ ਸਾਹਿਬ ਜੀ ਮਹਾਰਾਜ ਇਤਨਾ ਕੁ ਸਮਾਂ ਆਪਣਾ ਸਫਲ ਕਰਨ। ਗੁਰੂ ਸਾਹਿਬ ਜੀ ਮਹਾਰਾਜ ਜੀਆਂ ਦੀ ਰਹਿਮਤ ਬਖਸ਼ਿਸ਼ ਦੇ ਨਾਲ ਲਗਾਤਾਰ ਨਿਰੰਤਰ ਲੱਗੇ ਰਹਿੰਦੇ ਹਾਂ, ਗੁਰੂ ਦੇ ਸ਼ਬਦ ਨੂੰ ਪੜ੍ਹਦੇ ਹਾਂ, ਗੁਰੂ ਦੇ ਸ਼ਬਦ ਨੂੰ ਸੁਣਦੇ ਹਾਂ ਕਿ ਇੱਕ ਦਿਨ ਐਸਾ ਆਵੇ, ਐਸਾ ਦੀਪਕ ਜਲੇ ਕਿ ਜ਼ਿੰਦਗੀ ਦਾ ਸਾਰਾ ਅੰਧਕਾਰ ਹੈ ਜਿਹੜਾ ਉਹ ਸਦਾ ਵਾਸਤੇ ਚਲਿਆ ਜਾਵੇ। ਗੁਰੂ ਸਾਹਿਬ ਜੀ ਮਹਾਰਾਜ ਕਿਰਪਾ ਕਰਨ। ਭੁੱਲਾਂ ਚੁੱਕਾਂ ਦੀ ਖਿਮਾ। ਆਈਆਂ ਹੋਈਆਂ ਸੰਗਤਾਂ ਦਾ ਬਹੁਤ ਬਹੁਤ ਧੰਨਵਾਦ। ਪ੍ਰੇਮ ਦੇ ਨਾਲ ਸਾਰੀ ਸੰਗਤ ਬੁਲਾਇਓ। ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ